ਪਾਬੰਦੀਆਂ ਅਜੇ ਵੀ ਬਰਕਰਾਰ ਨੇ। ਸਾਨੂੰ ਪਾਬੰਦੀਆਂ ਦੇ ਵਿੱਚ ਰਹਿਣਾ ਪੈਣਾ। ਆਖਿਰ ਇੱਕ ਦਿਨ ਪੀਕ ਤੇ ਪਹੁੰਚ ਗਏ ਹਾਂ। ਹੁਣ ਹੌਲੀ ਹੌਲੀ ਅਸੀਂ ਹੇਠਾਂ ਜਾਵਾਂਗੇ ਤੇ ਹੌਲੀ ਹੌਲੀ ਇੱਕ ਦਿਨ ਉਹ ਆਏਗਾ ਜਦੋਂ ਕੋਵਿਡ ਨਹੀਂ ਹੋਏਗਾ। ਕਹਾਣੀ ਜਿਹੜੀ ਪਿਛਲੇ ਹਫਤੇ ਸੀ ਉਹ ਵੀ ਨਹੀਂ ਪੂਰੀ ਹੈਗੀ ਤੇ ਇਹਦੇ ਪਤਾ ਨਹੀਂ ਕਿੰਨੇ ਕੋਈ ਚੈਪਟਰ ਅਜੇ ਹੋਰ ਹੋਣੇ ਨੇ ਕਹਾਣੀ ਦੇ। 2020 ਦੇ ਵਿੱਚ ਵੀ ਆਪਣਾ ਬੜਾ ਨੁਕਸਾਨ ਕੀਤਾ ਦੁਨੀਆ ਦਾ। 2021 'ਚ ਨੁਕਸਾਨ ਕੀਤਾ। ਟਾਈਮ ਟੂ ਟਾਈਮ ਪਹਿਲਾਂ ਕਿਹਾ ਵੀ ਇਹ ਐਂਡੈਮਿਕ ਇਹ ਐਪੀਡੈਮਿਕ ਹੈ, ਫਿਰ ਕਹਿਤਾ ਜੀ ਇਹ ਪੈਂਡੈਮਿਕ ਹੋ ਗਿਆ, ਫਿਰ ਸਾਰੀ ਦੁਨੀਆ ਵਿੱਚ ਫੈਲ ਗਿਆ। ਕਈ ਮੁਲਕ ਅਜਿਹੇ ਸੀ ਜਿਨ੍ਹਾਂ ਨੇ ਪਾਬੰਦੀਆਂ ਹਟਾ ਦਿੱਤੀਆਂ ਸੀ। ਕਹਿੰਦੇ ਜੀ ਸਾਰਿਆਂ ਨੂੰ ਇਨਫੈਕਸ਼ਨ ਹੋ ਗਈ ਤੇ ਹਰਡ ਇਮਿਊਨਿਟੀ ਬਣ ਗਈ। ਕੈਨੇਡਾ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਹੈ। ਇਹਨਾਂ ਨੇ ਜਿਹੜੀ ਸਾਇੰਸ ਬੇਸ ਸਾਰੇ ਪ੍ਰੋਗਰਾਮ ਸੀ, ਪ੍ਰੋਵਿੰਸ ਨੇ ਇਹਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ ਕਿ ਜਿੰਨੀ ਦੇਰ ਤੱਕ ਵੈਕਸੀਨੇਸ਼ਨ ਨਹੀਂ ਸੀ ਹੈਗਾ ਉਨੀ ਦੇਰ ਤੱਕ ਪ੍ਰੋਬਲਮ ਸੀ। ਵੈਕਸੀਨੇਸ਼ਨ ਦੇ ਨਾਲ ਪਲੱਸ ਜਿਹੜੀ ਲੋਕਾਂ ਨੂੰ ਇਨਫੈਕਸ਼ਨ ਹੋਈ ਹੈ ਉਹਦੇ ਨਾਲ ਕਾਫੀ ਲੋਕਾਂ ਦੇ ਬਾਡੀ ਦੇ ਵਿੱਚ ਇਮਿਊਨਿਟੀ ਹੈਗੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੁਸੀਂ ਜਾਣਦੇ ਹੋ ਕਿ ਹੈਲਥ ਸ਼ੋਅ ਵਿੱਚ ਲਗਾਤਾਰ 2 ਸਾਲ ਤੋਂ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ, ਖਾਸ ਕਰਕੇ ਕੋਵਿਡ ਦੇ ਬਾਰੇ, ਕਿਉਂਕਿ ਕੋਵਿਡ ਦੇ ਬਾਰੇ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਵੀ ਹੈ। ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜੋ ਹਰ ਦਿਨ ਨਵੀਆਂ ਆਉਂਦੀਆਂ ਨੇ। ਹਰ ਦਿਨ ਅਸੀਂ ਨਵੇਂ ਮੋੜ ਤੇ ਜਾ ਕੇ ਖੜੇ ਹੋ ਜਾਂਦੇ ਹਾਂ ਤੇ ਇੱਕ ਨਵਾਂ ਮੋੜ ਹੋਰ ਸਾਹਮਣੇ ਆ ਜਾਂਦਾ। ਨਵਾਂ ਵੇਰੀਐਂਟ, ਡੈਲਟਾ ਵੇਰੀਐਂਟ, ਫਿਰ ਉਸ ਤੋਂ ਬਾਅਦ ਓਮਿਕਰੋਨ ਵੇਰੀਐਂਟ ਤੇ ਹੁਣ ਨਵਾਂ ਸਬ ਵੇਰੀਐਂਟ ਦੀਆਂ ਗੱਲਾਂ ਵੀ ਹੋ ਰਹੀਆਂ ਨੇ। ਕੀ ਇਹ ਵੇਰੀਐਂਟ ਆਉਂਦੇ ਰਹਿਣਗੇ? ਕਦੋਂ ਤੱਕ ਇਹ ਵੇਰੀਐਂਟ ਸਾਡੀ ਜ਼ਿੰਦਗੀ ਵਿੱਚ ਆਉਂਦੇ ਰਹਿਣਗੇ? ਕਿਉਂਕਿ ਕਈ ਮੁਲਕਾਂ ਨੇ ਤਾਂ ਕਿਹਾ ਇਹ ਨਾਰਮਲ ਫਲੂ ਹੈ, ਇਸੇ ਦੇ ਨਾਲ ਸਾਨੂੰ ਰਹਿਣਾ ਪੈਣਾ। ਪਰ ਕਈ ਲੋਕ ਕਹਿੰਦੇ ਨੇ, ਕਈ ਦੇਸ਼ ਕਹਿੰਦੇ ਨੇ ਕਿ ਪਾਬੰਦੀਆਂ ਅਜੇ ਵੀ ਬਰਕਰਾਰ ਨੇ, ਸਾਨੂੰ ਪਾਬੰਦੀਆਂ ਦੇ ਵਿੱਚ ਰਹਿਣਾ ਪੈਣਾ। ਆਖਿਰ ਇੱਕ ਦਿਨ ਪੀਕ ਤੇ ਪਹੁੰਚ ਗਏ ਹਾਂ। ਹੁਣ ਹੌਲੀ ਹੌਲੀ ਅਸੀਂ ਹੇਠਾਂ ਜਾਵਾਂਗੇ ਤੇ ਹੌਲੀ ਹੌਲੀ ਇੱਕ ਦਿਨ ਉਹ ਆਏਗਾ ਜਦੋਂ ਕੋਵਿਡ ਨਹੀਂ ਹੋਏਗਾ। ਕਿਸ ਤਰ੍ਹਾਂ ਦੀਆਂ ਇਹ ਗੱਲਾਂ ਨੇ, ਕਿਸ ਤਰ੍ਹਾਂ ਦੇ ਨਾਲ ਇਹਨੂੰ ਜਸਟੀਫਾਈ ਕੀਤਾ ਜਾ ਰਿਹਾ, ਕਿਸ ਤਰ੍ਹਾਂ ਦੇ ਨਾਲ ਕੇਸ ਵੱਧ ਰਹੇ ਨੇ, ਕਿਸ ਤਰ੍ਹਾਂ ਦੇ ਨਾਲ ਇਹ ਸਾਡੀਆਂ ਜ਼ਿੰਦਗੀਆਂ ਤੇ ਪ੍ਰਭਾਵ ਪਾ ਰਿਹਾ, ਇਸ ਸਭ ਬਾਰੇ ਗੱਲ ਕਰਾਂਗੇ। ਕਿਉਂਕਿ 2 ਸਾਲ ਪੂਰੇ ਹੋ ਗਏ ਨੇ ਕੈਨੇਡਾ ਦੇ ਵਿੱਚ ਪਹਿਲਾ ਕੇਸ ਆਇਆ, ਇਸ ਬਾਰੇ ਵੀ ਗੱਲ ਕਰਾਂਗੇ। ਤੇ ਗੱਲ ਕਰਾਂਗੇ ਅੱਜ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਡਾਕਟਰ ਸਾਹਿਬ, 2 ਸਾਲ ਪੂਰੇ ਹੋ ਗਏ ਨੇ ਤੇ ਲਗਾਤਾਰ ਸਾਨੂੰ ਵੀ ਅਪਰੋਕਸੀਮੇਟਲੀ 2 ਸਾਲ ਹੋ ਗਏ ਨੇ ਕਿ ਅਸੀਂ ਲੋਕਾਂ ਤੱਕ, ਵਿਊਅਰਸ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਹਾਂ ਕੋਵਿਡ ਦੇ ਬਾਰੇ। ਸੋ 2 ਸਾਲਾਂ ਦੇ ਵਿੱਚ ਕਿੰਨਾ ਕੁ ਕੁਝ ਬਦਲਿਆ, ਕਿੱਥੇ ਕਾ ਕੇ ਖੜੇ ਹਾਂ ਅਸੀਂ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਜਿਹੜਾ ਸਾਂਝਾ ਟੀਵੀ ਦੀ ਜਿਹੜੀ ਆ ਇਹਨਾਂ ਦੀ ਮੈਨੇਜਮੈਂਟ ਹੈ, ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ 2 ਸਾਲ ਪਹਿਲਾਂ ਤੇ ਮੈਨੂੰ ਨਹੀਂ ਜਾਪਦਾ ਵੀ ਆਪਾਂ ਕੋਈ ਵੀ ਹਫਤਾ ਮਿਸ ਕੀਤਾ ਹੋਵੇ, ਐਕਸੈਪਟ ਮੇ ਬੀ 2 or 3 ਵੀਕਸ ਇਲੈਕਸ਼ਨਸ ਕਰਕੇ ਉਦੋਂ ਥੋੜ੍ਹਾ ਜਿਹਾ ਘੱਟ ਕੰਮ ਕੀਤਾ ਸੀ। ਪਰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹੇ ਹਾਂ। ਜਿਹੜੀ ਇਹਦੀ ਕਹਾਣੀ ਹੈ ਨਾ, ਇਹ ਬਦਲਦੀ ਰਹੀ ਹੈ ਹਮੇਸ਼ਾ ਹੀ। ਤੇ ਇਹਦਾ ਕਹਾਣੀ ਜਿਹੜੀ ਪਿਛਲੇ ਹਫਤੇ ਸੀ ਉਹ ਵੀ ਨਹੀਂ ਪੂਰੀ ਹੈਗੀ ਤੇ ਇਹਦੇ ਪਤਾ ਨਹੀਂ ਕਿੰਨੇ ਕੋਈ ਚੈਪਟਰ ਅਜੇ ਹੋਰ ਹੋਣੇ ਨੇ ਕਹਾਣੀ ਦੇ। ਪਰ ਜਿਹੜੀ ਇਹ ਗੱਲ ਸ਼ੁਰੂ ਹੋਈ ਸੀ ਜਿਹੜੇ ਕੰਟਰੀ 'ਚੋਂ, ਉਹਦੇ ਬਾਰੇ ਵੀ ਸਾਰਿਆਂ ਨੂੰ ਪਤਾ, ਉਹ ਸ਼ਹਿਰ ਦਾ ਨਾਮ ਵੀ ਸਾਰਿਆਂ ਨੂੰ ਪਤਾ। ਕੈਨੇਡਾ ਵਿੱਚ ਪਹਿਲੀ ਵਾਰੀ 24 ਜਨਵਰੀ ਨੂੰ ਪਹਿਲਾ ਕੇਸ ਸੀ 2020 ਦੇ ਵਿੱਚ। ਉਸ ਤੋਂ ਬਾਅਦ ਫਿਰ ਇਹ ਜਿਹੜਾ ਨਾ ਕੈਨੇਡਾ ਵਿੱਚ ਇਹਦੀ ਪਹਿਲਾਂ ਪਹਿਚਾਣ ਹੋਈ। ਫਿਰ ਕਈਆਂ ਨੇ ਕਿੰਤੂ ਪਰੰਤੂ ਕੀਤਾ, ਕਈਆਂ ਨੇ ਕਿ ਵੀ ਲੇਟ ਕੀਤਾ, ਕਈ ਗੱਲਾਂ ਵਾਦ ਬੜੇ ਇਹਦੇ ਬਾਰੇ ਗੱਲਾਂ ਫੈਲੀਆਂ। ਕਈ ਤਰ੍ਹਾਂ ਦੀ ਮਿਸ ਇਨਫੋਰਮੇਸ਼ਨ ਆਈ, ਕਿਸ ਤਰ੍ਹਾਂ ਦੇ ਕਈ ਕਮਿਊਨਿਟੀਜ਼ ਨੂੰ ਬਲੇਮ ਕੀਤਾ ਗਿਆ, ਕਈ ਕੰਟਰੀਜ਼ ਨੂੰ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ, ਉਹ ਜਦੋਂ ਵੀ ਇਹੋ ਜਿਹਾ ਵੱਡਾ ਕੋਈ ਕੰਮ ਹੁੰਦਾ ਹੈ ਗੱਲਾਂ ਚੱਲਦੀਆਂ ਨੇ, ਉਹਨਾਂ ਗੱਲਾਂ ਨੂੰ ਇਗਨੋਰ ਕਰਨਾ ਚਾਹੀਦਾ। ਬੇਸਿਕ ਗੱਲ ਇਹ ਹੈ ਕਿ ਜਿਹੜੀ ਹੈ ਕੋਵਿਡ-19 ਨੇ, ਹੁਣ ਤਾਂ ਇਹਦਾ ਨਾਮ ਹੀ ਚਾਹੀਦਾ ਇਹਨਾਂ ਨੂੰ ਬਦਲ ਦੇਣਾ ਕਿ ਹੁਣ ਤੇ 22 ਆ ਗਿਆ। ਇਹ ਜਦੋਂ ਇਹਨੇ 2020 ਦੇ ਵਿੱਚ ਵੀ ਆਪਣਾ ਬੜਾ ਨੁਕਸਾਨ ਕੀਤਾ ਦੁਨੀਆ ਦਾ। 2021 'ਚ ਨੁਕਸਾਨ ਕੀਤਾ। ਟਾਈਮ ਟੂ ਟਾਈਮ ਪਹਿਲਾਂ ਕਿਹਾ ਵੀ ਇਹ ਐਂਡੈਮਿਕ ਇਹ ਐਪੀਡੈਮਿਕ ਹੈ, ਫਿਰ ਕਹਿਤਾ ਜੀ ਇਹ ਪੈਂਡੈਮਿਕ ਹੋ ਗਿਆ, ਫਿਰ ਸਾਰੀ ਦੁਨੀਆ ਵਿੱਚ ਫੈਲ ਗਿਆ। ਪਹਿਲਾਂ 2-4 ਕੰਟਰੀਜ਼ ਸਨ, ਫਿਰ ਆਲਮੋਸਟ ਐਵਰੀ ਕੰਟਰੀ ਔਰ ਟੈਰੀਟਰੀ ਅਰਾਊਂਡ ਦਾ ਵਰਲਡ ਸਾਰਿਆਂ 'ਚ ਫੈਲਿਆ। ਸੋ ਇਹਨੇ ਆ ਕੇ ਬਹੁਤ ਨੁਕਸਾਨ ਕੀਤਾ ਕਿਉਂਕਿ ਕਈ ਗੱਲਾਂ ਪੂਰੀਆਂ ਅੰਡਰਸਟੂਡ ਨਹੀਂ ਸੀ ਵੀ ਕਿਸ ਤਰੀਕੇ ਨਾਲ ਕੰਮ ਕਰਦਾ, ਪਹਿਲਾਂ ਇਹ ਕਿਸ ਤਰੀਕੇ ਨਾਲ ਦੀ ਟਰਾਂਸਮਿਸ਼ਨ ਹੁੰਦੀ ਹੈ, ਉਹਦੇ ਬਾਰੇ ਵੀ ਗੱਲਾਂ ਬਹੁਤ ਆਈਆਂ। ਸੋ ਮੈਂ ਸਮਝਦਾ ਵੀ ਕਾਫੀ ਚੀਜ਼ਾਂ ਇਹਨੂੰ ਦੁਨੀਆ ਦੇ ਜਿਹੜੇ ਕੋਈ ਕੰਟਰੀ ਨਹੀਂ ਸੀ ਜਿਨ੍ਹਾਂ ਦੇ ਸਾਇੰਸਦਾਨਾਂ ਨੇ ਇਸ ਵਿੱਚ ਪਾਰਟਿਸਿਪੇਟ ਕਰਕੇ ਤੇ ਇਸ ਚੀਜ਼ ਨੂੰ ਸਾਰਿਆਂ ਨੇ ਕੰਟਰੋਲ ਕੀਤਾ। ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਕੀਤੀ, WHO ਨੇ ਆਪਣੀ ਕੀਤੀ, ਕੈਨੇਡਾ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਹੈ। ਇਹਨਾਂ ਨੇ ਜਿਹੜੀ ਸਾਇੰਸ ਬੇਸ ਸਾਰੇ ਪ੍ਰੋਗਰਾਮ ਸੀ, ਪ੍ਰੋਵਿੰਸ ਨੇ ਇਹਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ।
ਸੋ ਗੱਲ ਇਹ ਹੁੰਦੀ ਹੈ ਅੱਜ ਦੇ ਟਾਈਮ ਦੇ ਵਿੱਚ ਹੁਣ ਆਪਾਂ ਕਿੱਥੇ ਖੜੇ ਹਾਂ। ਇਹ ਸਾਰੀ ਮੈਂ ਕਹਾਣੀ ਤਾਂ ਦੁਹਰਾਉਣਾ ਹੁੰਦਾ ਕਿਉਂਕਿ ਹਰ ਵਾਰੀ ਹਰ ਆਦਮੀ ਨੇ ਸਾਡਾ ਪ੍ਰੋਗਰਾਮ ਵੇਖਦਾ, ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹਨੂੰ ਸ਼ੇਅਰ ਕਰ ਦਿੱਤੀ ਹੈ। ਸੋ ਅੱਜ ਦੇ ਹਾਲਾਤ ਇਹ ਨੇ ਕਿ ਇਹ ਹੁਣ ਕਹਿ ਰਹੇ ਨੇ ਕਿ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਸਮਝਦਾ ਵੀ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਵੀ ਆਲਰੇਡੀ ਮਾਈਲਡ ਇਨਫੈਕਸ਼ਨ ਹੋ ਚੁੱਕੀ ਹੈ। ਇਹਦਾ ਮਤਲਬ ਵੀ ਕੋਈ ਉਹਨਾਂ ਦੀ ਬਾਡੀ ਵਿੱਚ ਨੈਚੁਰਲ ਇਮਿਊਨਿਟੀ ਵੀ ਬਣੀ ਹੈ, ਪਲੱਸ ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗਾ। ਕੈਨੇਡਾ ਵਿੱਚ ਆਲਮੋਸਟ 82% ਲੋਕ ਨੇ ਜਿਨ੍ਹਾਂ ਨੂੰ ਸੈਕੰਡ ਵੈਕਸੀਨੇਸ਼ਨ ਲੱਗ ਚੁੱਕਾ, ਜਿਹੜੇ ਕਿ ਐਲੀਜੀਬਲ ਨੇ। ਦੈਟ ਮੀਨਸ ਵੀ 5 ਸਾਲ ਦੇ ਥੱਲਿਆਂ ਨੂੰ ਛੱਡਦੀ ਹੈ, 5 ਸਾਲ ਤੋਂ ਉੱਪਰ ਲੈ ਕੇ ਜਿਹੜੇ ਨੇ ਕਾਫੀ ਲੋਕਾਂ ਨੂੰ ਵੈਕਸੀਨੇਸ਼ਨ ਜਿਹੜਾ ਲੱਗ ਚੁੱਕਾ। ਸੋ ਵੈਕਸੀਨੇਸ਼ਨ ਦੇ ਨਾਲ ਜਿਹੜੀ ਹੈ ਨਾ ਜਿਹਨਾਂ ਇਨਫੈਕਸ਼ਨ ਹੋਈ ਹੈ, ਦੋਨਾਂ ਚੀਜ਼ਾਂ ਨੂੰ ਮਿਲਾ ਕੇ ਜਿਹੜੀ ਇਮਿਊਨਿਟੀ ਹੈ ਨਾ ਬਾਡੀ ਦੇ ਵਿੱਚ ਨੈਚੁਰਲ ਤੇ ਜਿਹੜੀ ਆਰਟੀਫਿਸ਼ਲੀ ਵੈਕਸੀਨੇਸ਼ਨ ਹੋਈ ਹੈ ਉਹ ਕਾਫੀ ਜ਼ਿਆਦਾ ਹੈਗੀ ਹੈ। ਦੈਟ ਮੀਨਸ ਕਿ ਜਿਹੜੀ ਹਰਡ ਇਮਿਊਨਿਟੀ ਹੈ, ਕਮਿਊਨਿਟੀ ਤੌਰ ਤੇ ਜਿਹੜੀ ਸਾਡੀ ਬਾਡੀ ਵਿੱਚ ਸਟਰੈਂਥ ਬਣੀ ਹੈ ਇਹਨੂੰ ਫਾਈਟ ਕਰਨ ਦੀ, ਉਹਦਾ ਲੈਵਲ ਕਾਫੀ ਜ਼ਿਆਦਾ ਹੈਗਾ। ਇਸੇ ਕਰਕੇ ਹੀ ਸਾਰੇ ਇਹ ਸੋਚਦੇ ਪਏ ਨੇ ਕਿ ਮੁਲਕਾਂ ਨੇ ਤੇ ਕਹਿ ਦਿੱਤਾ ਵੀ ਇੰਨੀ ਇਮਿਊਨਿਟੀ ਬਣ ਗਈ ਹੈ ਤੇ ਹੁਣ ਇਹ ਮਾੜਾ ਮੋਟਾ ਰਹਿਣਾ, ਆਪਾਂ ਨੂੰ ਫਿਕਰ ਨਹੀਂ ਕਰਨਾ ਚਾਹੀਦਾ। ਸੋ ਮੈਂ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇਮਿਊਨਿਟੀ ਬਣ ਗਈ ਹੈ, ਹੁਣ ਇਮਿਊਨਿਟੀ ਦੀਆਂ ਗੱਲਾਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਵੀ ਆਉਂਦੀਆਂ ਰਹੀਆਂ ਨੇ। ਕਈ ਮੁਲਕ ਅਜਿਹੇ ਸੀ ਜਿਨ੍ਹਾਂ ਨੇ ਪਾਬੰਦੀਆਂ ਹਟਾ ਦਿੱਤੀਆਂ ਸੀ, ਕਹਿੰਦੇ ਜੀ ਸਾਰਿਆਂ ਨੂੰ ਇਨਫੈਕਸ਼ਨ ਹੋ ਗਈ ਤੇ ਹਰਡ ਇਮਿਊਨਿਟੀ ਬਣ ਗਈ। ਹਰਡ ਇਮਿਊਨਿਟੀ ਦੀਆਂ ਗੱਲਾਂ ਫਿਰ ਤੋਂ ਸ਼ੁਰੂ ਹੋ ਗਈਆਂ ਨੇ। ਤੁਹਾਨੂੰ ਕੀ ਲੱਗਦਾ ਕਿ ਸਾਰਿਆਂ ਦੇ ਵਿੱਚ ਹਰਡ ਇਮਿਊਨਿਟੀ ਹੁਣ ਸਾਰਿਆਂ ਨੂੰ ਜੇ ਹੋ ਗਿਆ ਤਾਂ ਹਰਡ ਇਮਿਊਨਿਟੀ ਬਣ ਗਈ ਤਾਂ ਇਹਦਾ ਮਤਲਬ ਕਿ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ? ਦੇਖੋ ਇਹ ਨਾ ਕੋਈ 3-4 ਦਿਨਾਂ ਤੋਂ ਥੋੜਾ ਜਿਹਾ ਕਨਫਿਊਜ਼ਨ ਹੈਗਾ। ਲੋਕੀ ਜਦੋਂ ਸੁਣਦੇ ਨੇ ਕਿ ਨਿਊਜ਼ ਦੇ ਵਿੱਚ ਜਾਂ ਵਾਚ ਕਰਦੇ ਨੇ ਕਿ ਜਿਹੜਾ ਨਾ ਹੁਣ ਜਾਪਦਾ ਵੀ ਇਹ ਪੀਕ ਤੇ ਪਹੁੰਚ ਗਿਆ, ਇਹਨੇ ਘਟ ਜਾਣਾ, ਇਹ ਕੰਟਰੋਲ ਹੋ ਗਿਆ, ਤੇ ਫਿਰ ਉਹਦੇ ਵਿੱਚ ਨਾਲ ਇੱਕ ਦੀ ਲਾਈਨ ਇਹ ਆਉਂਦੀ ਹੈ ਕਿ ਜੀ ਇਮਿਊਨਿਟੀ ਬੜੀ ਬਣ ਗਈ। ਉਹ ਤਾਂ ਨੈਚੁਰਲੀ ਮੈਂ ਪਹਿਲਾਂ ਵੀ ਦੱਸਿਆ ਕਿ ਜਿੰਨੀ ਦੇਰ ਤੱਕ ਵੈਕਸੀਨੇਸ਼ਨ ਨਹੀਂ ਸੀ ਹੈਗਾ ਉਨੀ ਦੇਰ ਤੱਕ ਪ੍ਰੋਬਲਮ ਸੀ। ਵੈਕਸੀਨੇਸ਼ਨ ਦੇ ਨਾਲ ਪਲੱਸ ਜਿਹੜੀ ਲੋਕਾਂ ਨੂੰ ਇਨਫੈਕਸ਼ਨ ਹੋਈ ਹੈ ਉਹਦੇ ਨਾਲ ਕਾਫੀ ਲੋਕਾਂ ਦੇ ਬਾਡੀ ਦੇ ਵਿੱਚ ਇਮਿਊਨਿਟੀ ਹੈਗੀ ਹੈ। ਸੋ ਦੈਟ ਮੀਨਸ ਵੀ ਇੱਕ ਸਿਗਨੀਫੀਕੈਂਟ ਲੈਵਲ ਇਹ ਹਰਡ ਇਮਿਊਨਿਟੀ ਦਾ ਪਹੁੰਚ ਗਿਆ। ਇਸੇ ਕਰਕੇ ਜਿਹੜੇ ਲੋਕਾਂ ਨੂੰ ਇਨਫੈਕਸ਼ਨ ਹੋ ਵੀ ਰਹੀ ਹੈ ਬੜੀ ਮਾਈਲਡ ਹੁੰਦੀ ਹੈ, ਪਰ ਜਿਹੜਾ ਇਹਦਾ ਰੂਟ ਆਫ ਟਰਾਂਸਮਿਸ਼ਨ ਹੈ ਉਹਦੇ ਬਾਰੇ ਕੋਈ ਚੇਂਜਸ ਨਹੀਂ ਆਈਆਂ ਪਹਿਲੇ ਦਿਨ ਤੋਂ। ਜਿਹੜਾ ਵੇਰੀਐਂਟ ਜਿਹੜਾ ਹੈਗਾ ਓਮਿਕਰੋਨ, ਇਹਦੀ ਜਿਹੜੀ ਨਾ ਸਪਰੈਡ ਬੜੀ ਫਾਸਟ ਸੀ, ਇੰਨੀ ਤੇਜ਼ ਸਪਰੈਡ ਹੋਈ ਕਿ ਉਹਦੇ ਨਾਲ ਜਿਹੜਾ ਨਾ ਕਾਫੀ ਲੋਕਾਂ ਨੂੰ ਪਹਿਲਾਂ ਫਿਕਰ ਪੈ ਗਿਆ। ਪਰ ਇਹ ਜਿਹੜੀ ਤਕਲੀਫ ਹੈ ਜਿਨ੍ਹਾਂ ਲੋਕਾਂ ਦਾ ਵੈਕਸੀਨੇਸ਼ਨ ਨਹੀਂ ਸੀ ਉਹਨਾਂ ਨੂੰ ਇਹ ਘਾਤਕ ਨਹੀਂ ਹੋਈ। ਤੇ ਇਹ ਪਰ ਫਿਰ ਵੀ BC ਦੇ ਵਿੱਚ ਜਾਂ ਹੋਰ ਜਗ੍ਹਾ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਹਸਪੀਟਲ ਵਿੱਚ ਹੈਗੇ ਨੇ, ਪਰ ਜੇ ਤੁਸੀਂ ਉਹਨਾਂ ਦਾ ਵੇਰਵਾ ਦੇਖੋ, ਉਹਦੇ ਬਾਰੇ ਐਗਜ਼ਾਮੀਨੇਸ਼ਨ ਕਰੋ, ਜਿਨ੍ਹਾਂ ਲੋਕਾਂ ਨੇ ਵੈਕਸੀਨੇਸ਼ਨ ਨਹੀਂ ਸੀ ਨਾ ਲਵਾਇਆ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਸੋ ਉਹਦੇ ਤੋਂ ਕੀ ਇਹ ਸਬਕ ਮਿਲਦਾ ਕਿ ਹਰਡ ਇਮਿਊਨਿਟੀ ਦਾ ਆਪਾਂ ਵੈਕਸੀਨੇਸ਼ਨ ਵੀ ਕਰਤਾ, ਇਨਫੈਕਸ਼ਨ ਵੀ ਲੋਕਾਂ ਨੂੰ ਹੋ ਗਈ, ਪਰ ਜਿਹੜਾ ਇੱਕ ਪੋਰਸ਼ਨ ਹੈ, ਇੱਕ ਜਿਹੜਾ ਪਾਰਟ ਹੈ ਕਮਿਊਨਿਟੀ ਦਾ, ਜੇ ਉਹਨਾਂ ਨੇ ਵੈਕਸੀਨੇਸ਼ਨ ਨਹੀਂ ਲਵਾਈ ਤਾਂ ਉੱਥੇ ਗੜਬੜ ਹੋ ਰਹੀ ਹੈ। ਸੋ ਹੋਪਫੁਲੀ ਇਹ ਹੋਣਾ ਕਿ ਹੁਣ ਕਿਉਂਕਿ ਜਿਹੜਾ ਵੇਰੀਐਂਟ ਸੀ ਇਹਦਾ ਪਹਿਲਾਂ ਡੈਲਟਾ ਵੇਰੀਐਂਟ ਬੜਾ ਸਟਰੋਂਗ ਸੀ, ਉਹਦੇ ਬੜਾ ਖਤਰਨਾਕ ਸੀ। ਜਿਹੜਾ ਨੈਕਸਟ ਵੇਰੀਐਂਟ ਹੈ ਇਹਨੇ ਜ਼ਿਆਦਾ ਨੁਕਸਾਨ ਨਹੀਂ ਕੀਤਾ, ਤੇ ਹੋ ਸਕਦਾ ਵੀ ਇਹਦੇ ਨਾਲ ਸਾਨੂੰ ਰਹਿਣਾ ਹੀ ਪੈ ਜੇ, ਕਿਉਂਕਿ ਜਿਹੜੀ ਪੈਂਡੈਮਿਕ ਜਿਹੜਾ ਡੈਫੀਨੇਸ਼ਨ ਉਹਦੀ ਹੈਗੀ ਵੀ ਸਾਰੇ ਇੱਕਦਮ ਸਾਰੇ ਪਾਸੇ ਫੈਲ ਜਾਂਦਾ। ਤੇ ਜਿਹੜੀ ਐਂਡੈਮਿਕ ਹੈ ਉਹ ਹੁੰਦਾ ਕਿ ਤੁਹਾਡਾ ਇੱਕ ਜਗ੍ਹਾ ਦੇ ਵਿੱਚ ਜਾਂ ਇੱਕ ਜਿਹੜਾ ਕਮਿਊਨਿਟੀ ਜਾਂ ਇੱਕ ਪਾਰਟ ਆਫ ਦੀ ਜਿਹੜਾ ਸੁਸਾਇਟੀ ਹੈ ਜਾਂ ਕੰਟਰੀ ਜਾਂ ਪ੍ਰੋਵਿੰਸ, ਉਸ ਕਿਸੇ ਵੀ ਟਾਈਮ ਦੇ ਵਿੱਚ ਉੱਥੇ ਇਨਫੈਕਸ਼ਨ ਜਦੋਂ ਵੱਧ ਜਾਂਦੀ ਹੈ ਉਹਦੀ ਡੈਫੀਨੇਸ਼ਨ ਹੋਵੇ। ਸੋ ਇਸ ਚੀਜ਼ ਨੂੰ ਇਹ ਹੁਣ ਸਾਰੇ ਉਸ ਪਾਸੇ ਲੱਗੇ ਨੇ ਵੀ ਹੋ ਸਕਦਾ ਪੈਂਡੈਮਿਕ ਤੋਂ ਇਹ ਐਂਡੈਮਿਕ ਵਿੱਚ ਬਦਲਦੇ। ਸੋ ਇਹ ਜਿਹੜੀਆਂ ਡੈਫੀਨੇਸ਼ਨਸ ਨੇ ਇਹ ਤੇ ਹੈਗੀਆਂ ਜਿਹੜੇ ਲੋਕਾਂ ਨੂੰ ਇਸ ਚੀਜ਼ ਬਾਰੇ ਨੌਲੇਜ ਹੈ, ਪਰ ਜਿਹੜੇ ਆਮ ਜਿਹੜਾ ਲੋਕਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ, ਉਹਨਾਂ ਨੂੰ ਕੋਈ ਸਾਇੰਟਿਸਟ ਤੁਸੀਂ ਬਣਾਉਣਾ ਨਹੀਂ ਤੇ ਨਾ ਹੀ ਉਹਨਾਂ ਨੂੰ ਕਨਫਿਊਜ਼ ਕਰਨਾ। ਪਰ ਇੱਕੋ ਗੱਲ ਹੈ ਵੀ ਪਹਿਲਾਂ ਸੀ ਬਹੁਤ ਜ਼ਿਆਦਾ ਸਾਰੇ ਪਾਸੇ ਫੈਲਿਆ ਸੀ, ਹੁਣ ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਥੋੜ੍ਹੇ ਹਿੱਸਿਆਂ ਵਿੱਚ ਇਹ ਹੋ ਸਕਦਾ ਵੀ ਇਨਫੈਕਸ਼ਨ ਹਮੇਸ਼ਾ ਵਾਂਗੂ ਰਹੇ, ਹੋ ਸਕਦਾ ਵੀ ਇਹਦੀ ਵੇਰੀਏਸ਼ਨ ਹੋ ਜਾਏ, ਹੋ ਸਕਦਾ ਵੀ ਇਹਦੀ ਇਹਦੀ ਜਿਹੜਾ ਸਪਰੈਡ ਆਫ ਇਨਫੈਕਸ਼ਨ ਫਾਸਟ ਵੀ ਹੋ ਸਕਦੀ ਹੈ, ਘੱਟ ਵੀ ਹੋ ਸਕਦੀ ਹੈ। ਸੋ ਜਿਸ ਤਰ੍ਹਾਂ ਇਹਨੂੰ ਕਈ ਜਗ੍ਹਾ ਤੇ ਫਲੂ ਨਾਲ ਕੰਪੇਅਰ ਕਰਦੇ ਪਏ ਨੇ, ਹੋ ਸਕਦਾ ਵੀ ਫਲੂ ਵਾਂਗੂ ਰਹੇ, ਪਰ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਜਿੱਥੋਂ ਅਸੀਂ ਆਏ ਹਾਂ ਉੱਥੇ ਟਾਈਮ ਟੂ ਟਾਈਮ ਤੁਸੀਂ ਦੇਖਿਆ ਵੀ ਟਿਊਬਰਕਲੋਸਿਸ ਜਿਹੜਾ ਨਾ ਉਹ ਬੜਾ ਹੁੰਦਾ, ਉਹ ਕਿਸੇ ਨਾ ਕਿਸੇ ਪਾਰਟ ਦੇ ਵਿੱਚ ਕੰਟਰੀ ਦੇ ਵਿੱਚ ਉੱਥੇ ਇੱਕਦਮ ਵੱਧਦਾ, ਫਿਰ ਲੋਕਾਂ ਨੂੰ ਉੱਥੇ ਧਿਆਨ ਰੱਖਦੇ ਨੇ, ਉਹਨਾਂ ਨੂੰ ਟ੍ਰੀਟਮੈਂਟ ਦਿੰਦੇ ਨੇ, ਪਰ ਕਈਆਂ ਦੀ ਮੌਤ ਹੋ ਜਾਂਦੀ ਹੈ। ਸੋ ਉਹ
ਇਸੇ ਕਰਕੇ ਕਦੀ ਵੀ ਜਿਹੜਾ ਨਾ ਐਲੀਮੀਨੇਸ਼ਨ ਤੇ ਪੂਰੀ ਹੁੰਦੀ ਨਹੀਂ, ਪਰ ਇੱਕੋ ਡਿਜ਼ੀਜ਼ ਹੈ ਦੁਨੀਆ ਦੇ ਵਿੱਚ ਜਿਹਦੀ ਕਿ ਪੂਰੀ ਐਲੀਮੀਨੇਸ਼ਨ ਕੀਤੀ, ਉਹ ਸੀ ਸਮਾਲ ਪੌਕਸ। ਬਾਕੀ ਜਿਹੜੀਆਂ ਕੋਈ ਵੀ ਤਕਲੀਫ ਸੀ ਉਹ ਘਟਦੀਆਂ ਸੀ, ਵੈਕਸੀਨੇਸ਼ਨ ਦੇ ਨਾਲ ਬੜਾ ਫਰਕ ਪਿਆ। ਸੋ ਜਿਹੜਾ ਪੈਂਡੈਮਿਕ ਤੋਂ ਜੋ ਹੋ ਗਿਆ ਸੀ, ਫਿਰ ਐਂਡੈਮਿਕ ਹੋ ਸਕਦਾ ਹੈ, ਐਪੀਡੈਮਿਕ ਹੋ ਸਕਦਾ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਆਪਣੇ ਜਿਹੜੇ ਪ੍ਰੋਗਰਾਮ ਵੇਖਣ ਵਾਲੇ ਉਹਨਾਂ ਵਾਸਤੇ ਤਾਂ ਇੱਕੋ ਇੰਪੋਰਟੈਂਟ ਚੀਜ਼ ਹੈ ਵੈਕਸੀਨੇਸ਼ਨ। ਜੇ ਪਹਿਲੀ ਡੋਜ਼ ਨਹੀਂ ਲਵਾਈ ਤਾਂ ਪਹਿਲੀ ਲਵਾਓ, ਜੇ ਦੂਜੀ ਹੈ ਤਾਂ ਦੂਜੀ ਲਵਾਓ, ਤੀਜੀ ਡੋਜ਼ ਹੈ ਤੀਜੀ ਡੋਜ਼ ਲਵਾਓ। ਇਹ ਜਿਹੜੀਆਂ ਸਾਰੀਆਂ ਗੱਲਾਂ ਇਹ ਤੁਹਾਨੂੰ ਫਾਇਦਾ ਕਰਨਗੀਆਂ, ਕਿਉਂਕਿ ਜਿਹੜਾ ਵੈਕਸੀਨੇਸ਼ਨ ਦੇ ਨਾਲ ਨਾਲ ਮੈਂ ਇੱਕ ਹੋਰ ਵੀ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਆਪਾਂ ਮਾਸਕ ਕੀਤੇ ਨੇ ਯੂਜ਼ ਜਾਂ ਫਿਜ਼ੀਕਲ ਡਿਸਟੈਂਸ ਕੀਤਾ ਯੂਜ਼, ਇਹਦੇ ਨਾਲ ਇਹ ਹੋਇਆ ਵੀ ਇਸ ਵਾਰੀ ਫਲੂ ਜਿਹੜਾ ਨਾ ਲੋਕਾਂ ਨੂੰ ਘੱਟ ਹੋਇਆ, ਕਿਉਂਕਿ ਜਿਹੜਾ ਮੋਡ ਆਫ ਸਪਰੈਡ ਤੇ ਸੇਮ ਹੀ ਹੈ। ਮਾਸਕ ਜਦੋਂ ਤੁਸੀਂ ਲਾਣਾ, ਤੁਸੀਂ ਆਪਣੀ ਜਿਹੜੀ ਤੁਹਾਡੀ ਸੈਨੀਟੇਸ਼ਨ ਹੈ, ਆਪਣੀ ਹੈਂਡ ਵਾਸ਼ ਕਰਨੇ ਜਾਂ ਬਾਕੀ ਜੋ ਵੀ ਸਾਰੀਆਂ ਗੱਲਾਂ ਕਰਦੇ ਰਹੇ ਨੇ ਲੋਕ, ਉਹਦੇ ਨਾਲ ਵੀ ਬੜਾ ਫਰਕ ਪਿਆ। ਪਰ ਜਦੋਂ ਇਸ ਚੀਜ਼ ਖੁੱਲ੍ਹ ਗਿਆ, ਸਪੋਜ਼ ਵੀ ਅੱਜ ਕੱਲ੍ਹ ਨੂੰ ਇਹ ਅਨਾਊਂਸਮੈਂਟ ਹੋ ਜੇ ਵੀ ਹੁਣ ਜੀ ਇਹ ਕੰਟਰੋਲ ਹੋ ਗਿਆ ਤੇ ਆਪਾਂ ਇਸ ਚੀਜ਼ ਨੂੰ ਸਾਰਾ ਸਿਸਟਮ ਖੋਲ੍ਹ ਦੇਣਾ, ਉਦੋਂ ਵੇਖਣਾ ਪੈਣਾ ਵੀ ਕਿਸ ਤਰ੍ਹਾਂ ਇਹਨੂੰ ਹੈਂਡਲ। ਇਹ ਬੜੀ ਕੰਮ ਵਾਲੀ ਗੱਲ ਹੈ ਤੁਹਾਡੀ ਜਿਹੜੀ ਹੈ, ਇਹ ਯਾਦ ਰੱਖਣ ਵਾਲੀ ਹੈ ਕਿ ਇਹ ਨਹੀਂ ਕਿ ਅੱਜ ਕੋਵਿਡ ਖਤਮ ਤਾਂ ਅਸੀਂ ਸੈਨੀਟਾਈਜ਼ਰ ਭੁੱਲ ਜਾਣੀ ਆ, ਅਸੀਂ ਜਿਹੜਾ ਮਾਸਕ ਭੁੱਲ ਜਾਣੇ ਆ। ਮਾਸਕ ਚਲੋ ਤਾਂ ਵੀ ਛੱਡ ਸਕਦੇ ਆ, ਪਰ ਜਿਹੜੀ ਕਲੀਨਲੀਨੈਸ ਆ ਉਹ ਜਿਹੜੀ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਅਸੀਂ ਉੱਦਾਂ ਵੀ ਸਾਰੇ ਬੱਚਿਆਂ ਨੂੰ ਵੀ ਸਿਖਾਉਂਦੇ ਆ ਕਿ ਹੈਂਡ ਵਾਸ਼ ਕਰਨੇ ਚਾਹੀਦੇ ਆ। ਪਰ ਹੁਣ ਹੋਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ, ਜੇ ਤੁਸੀਂ ਗਰੋਸਰੀ ਕਰਕੇ ਆਏ ਆ ਜਾਂ ਕਿਤੇ ਕਈ ਵਾਰੀ ਬਹੁਤ ਸਰਵਿਸਿਜ਼ ਨੂੰ ਟੱਚ ਕੀਤਾ ਹੁੰਦਾ, ਡੋਰਸ ਨੂੰ ਟੱਚ ਕੀਤਾ ਹੁੰਦਾ, ਤੇ ਇਹ ਚੀਜ਼ਾਂ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਤੁਹਾਨੂੰ ਰੱਖਣੀਆਂ ਚਾਹੀਦੀਆਂ ਨੇ। ਪਰ ਡਾਕਟਰ ਸਾਹਿਬ, ਹਾਲ ਦੀ ਘੜੀ ਅਸੀਂ ਕੋਵਿਡ ਦੇ ਵਿੱਚ ਆ, ਜਿਵੇਂ ਤੁਸੀਂ ਕਿਹਾ ਕਿ ਕਨਫਿਊਜ਼ਨ ਬਹੁਤ ਹੈ, ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਿ ਬਹੁਤ ਸਾਰੇ ਡਾਕਟਰ ਵੀ ਇਸ ਤਰ੍ਹਾਂ ਕਹਿ ਰਹੇ ਨੇ, ਜਿਵੇਂ ਓਨਟਾਰੀਓ ਦੇ ਹੈਲਥ ਮਿਨਿਸਟਰ ਕਹਿੰਦੇ ਨੇ ਕਿ ਡਿਸਇਨਫੋਰਮੇਸ਼ਨ ਪਹੁੰਚਾਈ ਜਾ ਰਹੀ ਹੈ। ਹੁਣ ਉਹ ਡਿਸਇਨਫੋਰਮੇਸ਼ਨ ਨੂੰ ਕਿਸ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਦੇ ਵਿੱਚ ਬਦਲਿਆ ਜਾ ਸਕਦਾ? ਦੇਖੋ, ਹਰ ਇੱਕ ਆਦਮੀ ਆਪਣੇ ਕੰਮ ਲਈ ਆਪ ਰਿਸਪੌਂਸੀਬਲ ਹੈ। ਨੌਲੇਜ ਲੈਣ ਵਾਸਤੇ ਕੋਈ ਤੁਹਾਨੂੰ ਜ਼ਬਰਦਸਤੀ ਤੇ ਨਹੀਂ ਤੁਹਾਡੇ ਨੌਲੇਜ ਲੈ ਰਿਹਾ, ਤੁਹਾਨੂੰ ਦੇ ਰਿਹਾ। ਸਪੋਜ਼ ਵੀ ਆਪਾਂ ਪ੍ਰੋਗਰਾਮ ਕਰਨੇ ਆ, ਇਸ ਤਰ੍ਹਾਂ ਹਜ਼ਾਰਾਂ ਪ੍ਰੋਗਰਾਮ ਹੋ ਰਹੇ ਨੇ। ਜਿਹੜਾ ਹਰ ਇੱਕ ਪ੍ਰੋਗਰਾਮ ਹੈ ਉਹ ਚਾਹੀਦਾ ਉਹਦੇ ਸਾਇੰਸ ਬੇਸਡ ਚਾਹੀਦਾ ਪ੍ਰੋਗਰਾਮ, ਗੌਸਪ ਬੇਸ ਨਹੀਂ ਚਾਹੀਦਾ। ਤੇ ਆਪਣੀ ਜਿਹੜੀ ਪਰਸਨਲ ਤੁਹਾਡੀ ਕੋਈ ਵੈਲਿਊਜ਼ ਨੇ ਉਹਦੇ ਨਾਲ ਉਹਦੇ ਕਨੈਕਸ਼ਨ ਨੂੰ ਤੁਹਾਨੂੰ ਦੂਰ ਕਰਨਾ ਪੈਣਾ। ਜੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਤਾਂ ਮੁਸ਼ਕਲ ਕੋਈ ਨਹੀਂ ਹੈਗੀ। ਕਨਫਿਊਜ਼ਨ ਉਦੋਂ ਹੁੰਦਾ ਪੈਦਾ ਜਦੋਂ ਕਿ ਤੁਸੀਂ ਲੱਭਦੇ ਹੋ ਤਰੀਕਾ ਵੀ ਕਿਸ ਤਰੀਕੇ ਨਾਲ ਮੈਂ ਅਵੋਇਡ ਕਰਾਂ ਵੀ ਇੰਜੈਕਸ਼ਨ ਮੈਂ ਨਹੀਂ ਲੈਣਾ। ਫਿਰ ਤੁਹਾਡੇ ਕੋਲ ਬੜੇ ਤਰੀਕੇ ਨੇ, ਮੇਰੀ ਬਾਡੀ ਨੂੰ ਸੂਟ ਨਹੀਂ ਕਰਨਾ, ਮੈਨੂੰ ਇਨਫੈਕਸ਼ਨ ਹੋ ਜਾਏਗੀ, ਮੈਨੂੰ ਕਈ ਤਰ੍ਹਾਂ ਦੀਆਂ ਗੱਲਾਂ ਲੋਕੀ ਸੋਚ ਸਕਦੇ ਨੇ, ਮੈਂ ਇਹਨੂੰ ਧਾਰਮਿਕ ਤੌਰ ਤੇ ਲਾਈਕ ਨਹੀਂ ਕਰਦਾ ਜਾਂ ਇਹਦੇ ਨਾਲ ਫਾਇਦਾ ਦਿਖਾਓ ਦੁਨੀਆ ਵਿੱਚ ਕਿਸ ਤਰ੍ਹਾਂ ਫਾਇਦਾ ਹੋਇਆ। ਉਹਨਾਂ ਨੂੰ ਚਾਹੀਦਾ ਇਹ ਸੋਚਣ ਵੇਖਣ ਵੀ ਦੁਨੀਆ ਦੇ ਵਿੱਚ ਕਮ ਸੇ ਕਮ 8 ਜਿਹੜੀਆਂ ਬਿਲੀਅਨ ਡੋਜ਼ਸ ਨੇ ਨਾ ਉਹ ਆਲਰੇਡੀ ਕੀਤੀਆਂ ਨੇ ਯੂਜ਼। ਜਿਹਨੇ 8 ਬਿਲੀਅਨ ਲੋਕਾਂ ਨੂੰ ਜੇ ਪਹਿਲਾ ਜਾਂ ਦੂਜਾ ਜਾਂ ਤੀਜਾ ਇੰਜੈਕਸ਼ਨ ਜਿਨ੍ਹਾਂ ਨੇ ਲਵਾਇਆ, ਉਹਨਾਂ ਨੇ ਕਿੰਨਿਆਂ ਕੁ ਦੀ ਪ੍ਰੋਬਲਮ ਆਈ ਹੈ। ਜੇ ਕੋਈ ਏਡੀ ਵੱਡੀ ਪ੍ਰੋਬਲਮ ਹੁੰਦੀ ਤਾਂ ਠੱਪ ਹੋ ਜਾਣਾ ਸੀ ਕੰਮ ਉੱਥੇ ਸਾਰਾ। ਸੋ ਜਿਹੜੀ ਸੀ ਨਾ ਵੈਕਸੀਨੇਸ਼ਨ ਦਾ ਸ਼ੁਰੂ ਦੇ ਵਿੱਚ 2-3 ਜਗ੍ਹਾ ਤੇ ਮੁਸ਼ਕਲਾਂ ਆਈਆਂ, ਪਰ ਜਦੋਂ ਤੁਸੀਂ ਦੇਖੋਗੇ ਜਿਹੜੀ ਪਰਸੈਂਟੇਜ ਹੈ ਉਹ ਸਾਈਡ ਇਫੈਕਟ ਦੀ ਬਾਕੀ ਚੀਜ਼ਾਂ ਨਾਲ ਕੰਪੇਅਰ ਕਰੋ ਤੇ ਉਹ ਬੜੀ ਵੱਡੀ ਗੱਲ ਨਹੀਂ ਹੈਗੀ। ਕਿਉਂਕਿ ਜਿਨ੍ਹਾਂ ਨੂੰ ਵੀ ਕਿਸੇ ਨੂੰ ਵੀ ਸ਼ੱਕ ਹੈ, ਹਰ ਪ੍ਰੋਗਰਾਮ 'ਚ ਰਿਪੀਟ ਕੀਤਾ ਵੀ ਜਿਹਨੂੰ ਵੀ ਸ਼ੱਕ ਹੈ ਇਸ ਚੀਜ਼ ਬਾਰੇ, ਕਿਸੇ ਉਸ ਫੈਮਿਲੀ ਨੂੰ ਜਿਨ੍ਹਾਂ ਦਾ ਕੋਈ ਵੀ ਘਰ ਦਾ ਕੋਈ ਮੈਂਬਰ ਹਸਪੀਟਲ ਵਿੱਚ ਜੇ ਹੋਣੇ ਜਾਂ ਪਹਿਲਾਂ ਸੀ ਜਾਂ ਉਹਨਾਂ ਦੀ ਡੈਥ ਹੋਈ ਹੈ, ਉਹਨਾਂ ਨੂੰ ਫੋਨ ਕਰਕੇ ਪਤਾ ਕਰ ਲਓ ਵੀ ਇਹ ਕੀ ਚੀਜ਼ ਹੈ, ਕਿਸਦਾ ਖਤਰਨਾਕ ਕੰਮ ਹੈ, ਬਾਡੀ ਵਿੱਚ ਜਾ ਕੇ ਤੁਹਾਡੇ ਸਿਸਟਮ ਨੂੰ ਕਿਸ ਤਰ੍ਹਾਂ ਸ਼ਟ ਡਾਊਨ ਕਰਦਾ, ਲੰਗਸ ਨੂੰ ਕਿਸ ਤਰ੍ਹਾਂ ਕਲੌਗ ਕਰ ਦਿੰਦਾ ਇੱਕਦਮ, ਖਾਸ ਕਰਕੇ ਜਿਹੜੀ ਐਲਡਰਲੀ ਪਾਪੂਲੇਸ਼ਨ। ਸੋ ਉਹਨਾਂ ਵਾਸਤੇ ਬੜੀ, ਸੋ ਜਿਨ੍ਹਾਂ ਨੂੰ ਇਸ ਮਿਸ ਇਨਫੋਰਮੇਸ਼ਨ ਦੀ ਬਾਰੇ ਜ਼ਿਆਦਾ ਹੈਗਾ ਨੌਲੇਜ, ਉਹਨਾਂ ਨੂੰ ਚਾਹੀਦਾ ਵੀ ਜਿਹੜੀ ਇਨਫੋਰਮੇਸ਼ਨ ਬਾਰੇ ਥੋੜ੍ਹਾ ਜਿਹਾ ਨੌਲੇਜ ਆਪਣਾ ਵਧਾਓ, ਇਸ ਚੀਜ਼ ਨੂੰ ਜਿਹੜਾ ਫੋਲੋ ਕਰੋ ਤੇ ਜਿਹੜੀ ਹਿਸਟਰੀ ਹੈ ਇਮਿਊਨਾਈਜੇਸ਼ਨ ਦੀ ਦੁਨੀਆ ਦੇ ਵਿੱਚ ਉਹਨੂੰ ਥੋੜ੍ਹਾ ਧਿਆਨ ਕਰਨ ਦੀ ਜ਼ਰੂਰਤ ਹੈ। ਪਲੱਸ ਮੈਂ ਵੀ ਦੱਸਣਾ ਚਾਹੁੰਦਾ ਕਿ ਹੁਣ ਇਹ ਵੀ ਵੇਖਿਆ ਗਿਆ ਵੀ ਜਿਹੜੀਆਂ ਨੇ ਕੰਪਨੀਜ਼ ਜਿਹੜੀਆਂ ਡਰੱਗ ਵਾਲੀਆਂ ਜਿਹੜੀਆਂ ਇਮਿਊਨਾਈਜੇਸ਼ਨ ਜਿਹੜੀਆਂ ਵੈਕਸੀਨੇਸ਼ਨ ਬਣਾਉਂਦੇ ਨੇ, ਉਹ ਓਮੀਕਰੋਨ ਬਾਰੇ ਵੀ ਉਹ ਵੈਕਸੀਨੇਸ਼ਨ ਤਿਆਰ ਕਰਦੇ ਪਏ ਨੇ। ਹੋ ਸਕਦਾ ਟਾਈਮ ਟੂ ਟਾਈਮ ਡਿਫਰੈਂਟ ਜਿਹੜੀਆਂ ਡੋਜ਼ਸ ਨੇ, ਬੂਸਟਰ ਡੋਜ਼ ਵੀ ਤੁਹਾਨੂੰ ਦੁਬਾਰਾ ਲਵਾਉਣੀ ਪਏ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹਦੇ ਵਾਸਤੇ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ। ਨੈਚੁਰਲੀ ਜਦੋਂ ਵੀ ਕੋਈ ਇਹੋ ਜਿਹਾ ਕੰਮ ਹੁੰਦਾ, ਉਹਦੇ ਪੈਰਲਲ ਸਟੱਡੀਜ਼ ਨੇ ਹੈਗੀਆਂ, ਉਹਦਾ ਕੰਪੈਰੀਜ਼ਨ ਹੋ ਰਿਹਾ। ਪਰ ਅਲਟੀਮੇਟਲੀ ਤੁਸੀਂ ਦੇਖੋ ਕਿ ਜੇ ਇੰਨਾ ਹੀ ਕੰਮ ਠੀਕ ਸੀ, ਜੇ ਮਿਸ ਇਨਫੋਰਮੇਸ਼ਨ ਦਾ ਜਿਹੜਾ ਹੱਥ ਭਾਰੀ ਸੀ
ਤੇ ਫਿਰ ਉਹਨਾਂ ਨੇ ਕੰਟਰੋਲ ਕਿਉਂ ਨਹੀਂ ਕੀਤਾ ਇਸ ਚੀਜ਼ ਨੂੰ। ਡਾਕਟਰ ਸਾਹਿਬ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਵੇਰੀਐਂਟ ਬਹੁਤ ਆ ਰਹੇ ਨੇ, ਹੁਣ ਨਵੇਂ ਵੇਰੀਐਂਟ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਕਿ ਨਵਾਂ ਵੇਰੀਐਂਟ ਹੋਰ ਆ ਗਿਆ, ਸੋ ਇਹ ਵੇਰੀਐਂਟ ਕੀ ਆਉਂਦੇ ਹੀ ਰਹਿਣਗੇ? ਜੇ ਆਉਂਦੇ ਰਹਿਣਗੇ ਪਾਬੰਦੀਆਂ ਵੀ ਲੱਗਦੀਆਂ ਰਹਿਣਗੀਆਂ, ਜੇ ਪਾਬੰਦੀਆਂ ਲੱਗਦੀਆਂ ਰਹਿਣਗੀਆਂ ਤਾਂ ਫਿਰ ਲੋਕਾਂ ਦੀ ਮੈਂਟਲ ਹੈਲਥ ਤੇ ਵੀ ਬਹੁਤ ਵੱਡਾ ਅਸਰ ਇਹਦੇ ਨਾਲ ਪੈਣ ਵਾਲਾ ਹੈ। ਹੁਣ ਜੇ ਕਈ ਦੇਸ਼ ਨੇ ਉਹ ਕਹਿ ਰਹੇ ਨੇ ਕਿ ਇਹ ਨਾਰਮਲ ਫਲੂ ਹੈ, ਇਹਦੇ ਨਾਲ ਹੀ ਸਾਨੂੰ ਰਹਿਣਾ ਪੈਣਾ, ਫਿਰ ਨਾਰਮਲ ਫਲੂ ਦੇ ਵਾਂਗ ਹੀ ਸਾਨੂੰ ਟੀਕੇ ਹਰ ਸਾਲ ਲਗਵਾਉਣੇ ਪੈਣੇ ਆ ਜਾਂ ਹਰ 6 ਮਹੀਨਿਆਂ ਦੇ ਬਾਅਦ ਲਗਵਾਉਣੇ ਪੈਣੇ ਆ ਜਾਂ ਬੂਸਟਰ ਡੋਜ਼ਸ ਲਗਵਾਉਣੀਆਂ ਪੈਣੀਆਂ? ਦੇਖੋ ਇਹ ਅਗੇਨ ਗੱਲ ਆਉਂਦੀ ਹੈ ਕਿ ਫਿਰ ਮਿਸ ਇਨਫੋਰਮੇਸ਼ਨ ਦੀ ਜਾਂ ਸਪੈਕੂਲੇਸ਼ਨ ਦੀ ਜਾਂ ਪ੍ਰਜ਼ੰਪਸ਼ਨ ਹੈ ਬੜੀਆਂ ਗੱਲਾਂ ਦੀ। ਇਹ ਗੱਲ ਕਿਉਂਕਿ 6 ਮਹੀਨੇ ਪਹਿਲਾਂ ਹੋਰ ਪ੍ਰਜ਼ਿਊਮ ਕਰਦੇ ਸੀ ਵੀ ਆਹ ਕੰਮ ਖਤਮ ਹੋ ਗਿਆ, ਫਿਰ ਵੇਵ ਵੱਧ ਜਾਣੀ ਹੈ, ਫਿਰ ਇਹਦੀ ਓਮੀਕਰੋਨ ਕਿਸੇ ਦੇ ਦਿਮਾਗ 'ਚ ਨਹੀਂ ਸੀ ਵੀ ਕਿਹੜੇ ਕੰਟਰੀ 'ਚ ਉੱਠਣਾ, ਉਹਨਾਂ ਨੇ ਧਿਆਨ ਨਹੀਂ ਕੀਤਾ ਉੱਥੇ। ਕੋਈ ਲੋਕੀ ਕਹਿ ਰਹੇ ਸੀ ਉਹਨਾਂ ਨੇ ਉਹਨੂੰ ਵਾਚ ਨਹੀਂ ਕੀਤਾ, ਉਹ ਵੀ ਇਨਫੋਰਮੇਸ਼ਨ ਗਲਤ ਸੀ। ਉਹਨਾਂ ਨੇ ਜਦੋਂ ਵੀ ਉਹਨਾਂ ਨੂੰ ਸਾਊਥ ਅਫਰੀਕਾ 'ਚ ਇਸ ਗੱਲ ਬਾਰੇ ਪਤਾ ਲੱਗਾ ਰਾਈਟ ਵੇ ਉਹਨਾਂ ਨੇ ਸਾਰਿਆਂ ਨੂੰ ਇਨਫਾਰਮ ਕੀਤਾ ਵੀ ਪ੍ਰੋਬਲਮ ਹੈਗੀ ਹੈ। ਸੋ ਜੇ ਉਹ ਪਹਿਲਾਂ ਹੁੰਦਾ ਜਦੋਂ ਇਹੋ ਜਿਹੀ ਗੱਲ ਹੁੰਦੀ ਹੈ ਸਾਰੇ ਜਿੱਥੋਂ ਵੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਉਹਦੇ ਪੈ ਜਾਂਦੇ ਨੇ ਮਗਰ, ਫਿਰ ਇੱਕ ਕਮਿਊਨਿਟੀ ਦੇ ਮਗਰ ਪੈ ਗਏ। ਫਿਰ ਉਸ ਤੋਂ ਇਲਾਵਾ ਜਿਹੜਾ ਸੀ ਨਾ ਜਿਹੜੀ ਇਹਦੀ ਵੇਰੀਐਂਟ ਬਾਰੇ ਗੱਲ ਕਰਨਾ ਕਿ ਉਹਦੇ ਬਾਰੇ ਗੱਲ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਹੰਡਰਡਸ ਆਫ ਵਾਇਰਸ ਨੇ ਹਰ ਸਾਲ। ਜਿਹੜੀ ਫਲੂ ਜਿਹੜੀ ਵਾਇਰਸ ਤੋਂ ਹੁੰਦਾ ਉਹ ਬਦਲਦਾ ਰਹਿੰਦਾ, ਜੇ ਉਹ ਬਦਲ ਸਕਦਾ ਤੇ ਇਹ ਵੀ ਬਦਲ ਸਕਦਾ ਕਿਉਂਕਿ ਇਹਨੂੰ ਚਾਹੀਦਾ ਹੋਸਟ ਕਿਸੇ ਨੂੰ ਵੀ ਜਿਹਨੂੰ ਤਕਲੀਫ ਹੈਗੀ ਹੈ ਜਿਹਦੀ ਬਾਡੀ ਵਿੱਚ ਹੈਗਾ ਉਹਦੀ ਬਾਡੀ ਇਹਨਾਂ ਨੂੰ ਫਾਈਟ ਕਰਨਾ। ਤੇ ਜਿਹਦੀ ਬਾਡੀ ਵੀ ਕਮਜ਼ੋਰ ਹੈ ਜਿਹਦੇ ਵਿੱਚ ਇਹਨੇ ਵਾਇਰਸ ਵਿੱਚ ਜਾ ਕੇ ਇਹਨੇ ਆਪਣਾ ਡਿਫਰੈਂਟ ਆਪਣਾ ਰੂਪ ਇਹਨੇ ਬਦਲਣਾ, ਇਹਨੇ ਆਪਣਾ ਕਿਸੇ ਨਾ ਕਿਸੇ ਪ੍ਰੋਬਲਮ ਇਹਨੇ ਕ੍ਰੀਏਟ ਕਰਨੀ ਹੈ। ਸੋ ਇਸੇ ਕਰਕੇ ਇਹਦੇ ਮੋਰ ਚਾਂਸਸ ਨੇ ਉਹਨਾਂ ਲੋਕਾਂ ਵਿੱਚ ਪ੍ਰੋਬਲਮ ਕ੍ਰੀਏਟ ਹੋਣ ਦੇ ਜਿਨ੍ਹਾਂ ਨੂੰ ਵੈਕਸੀਨੇਸ਼ਨ ਨਹੀਂ ਹੈਗਾ। ਕਿਉਂਕਿ ਜਿਹੜੇ ਲੋਕ ਜਿਸ ਤਰ੍ਹਾਂ ਸਾਊਥ ਅਫਰੀਕਾ ਚੱਲਿਆ ਸੀ ਓਮੀਕਰੋਨ, ਉੱਥੇ ਉਹਨਾਂ ਨੇ ਦੇਖਿਆ ਵੀ ਜਿਹੜੀ ਪਾਪੂਲੇਸ਼ਨ ਸੀ ਜਿਨ੍ਹਾਂ ਨੂੰ HIV ਦੀ ਇਨਫੈਕਸ਼ਨ ਜਾਂ ਦੂਜੀਆਂ ਸੀ ਗੱਲਾਂ, ਉਹਨਾਂ ਦਾ ਇਮਿਊਨਿਟੀ ਲੈਵਲ ਘੱਟ ਸੀ, ਉਹਨਾਂ ਦੀ ਬਾਡੀ ਦੇ ਵਿੱਚ ਇਹ ਵਾਇਰਸ ਜ਼ਿਆਦਾ ਦੇਰ ਰਹਿ ਕੇ ਉਹਨੂੰ ਟਾਈਮ ਮਿਲਿਆ ਤੇ ਉਹ ਵਾਇਰਸ ਨੇ ਆਪਣੇ ਆਪ ਨੂੰ ਮਲਟੀਪਲਾਈ ਕਰਕੇ ਤੇ ਡਿਫਰੈਂਟ ਸ਼ੇਪ ਲਈ। ਸੋ ਇਹ ਜਿਹੜੀ ਥਿਊਰੀ ਹੈ ਇਹ ਥਿਊਰੀ ਹੈਗੀ ਹੈ ਬੇਸਡ ਔਨ ਸਾਇੰਸ, ਤੇ ਇੱਕ ਥਿਊਰੀ ਹੈ ਗੱਪਾਂ ਤੇ ਗੌਸਪ ਤੇ ਉਹ ਹੁੰਦੇ ਵੀ ਬਸ ਜੀ ਕੋਈ ਗੱਲ ਨਹੀਂ ਜੀ ਇਹ ਉਹਨਾਂ ਨੇ ਪਤਾ ਨਹੀਂ ਆਪੇ ਛੱਡ ਦਿੱਤਾ, ਕਿਸੇ ਨੇ ਬਣਾ ਦਿੱਤਾ, ਕਿਸੇ ਹੋਰ ਕੰਪਨੀ ਨੇ ਛੱਡ ਦਿੱਤਾ, ਕੋਈ ਪੈਸੇ ਬਣਾ ਰਿਹਾ ਜੀ, ਕੋਈ ਕੰਟਰੀ ਨੂੰ ਡਾਊਨ ਕਰਨ ਲਈ ਕਰਦਾ। ਇਹ ਗੱਲਾਂ ਸਾਰੀਆਂ ਬਿਲਕੁਲ ਫਾਲਤੂ ਨੇ ਤੇ ਮੈਂ ਸਮਝਦਾ ਵੀ ਇਹ ਇਰਰਿਸਪੌਂਸੀਬਲ ਹੁੰਦੇ ਇਹੋ ਜਿਹੀਆਂ ਗੱਲਾਂ ਕਰਨੀਆਂ ਕਿਉਂਕਿ ਇਸ ਟਾਈਮ ਦੇ ਵਿੱਚ 180 ਜਾਂ 90 ਮੁਲਕ ਇਸ ਕੰਮ ਦੇ ਵਿੱਚ ਇਨਵੋਲਵ ਨੇ, ਸਾਰੇ ਤੇ ਬੇਵਕੂਫ ਨਹੀਂ ਹੈਗੇ। ਵੱਡੀਆਂ ਆਰਗੇਨਾਈਜੇਸ਼ਨਸ ਇਨਵੋਲਵ ਨੇ, ਆਪਣੀਆਂ ਡਰੱਗ ਜਿਹੜੀਆਂ ਮੈਨੂਫੈਕਚਰਿੰਗ ਕੰਪਨੀਜ਼ ਇਨਵੋਲਵ ਨੇ, ਸਾਇੰਟਿਸਟ ਇਨਵੋਲਵ ਨੇ। ਬੜਾ ਟਰਾਂਸਪੇਰੈਂਟ ਕੰਮ ਹੈ, ਤੁਹਾਨੂੰ ਪਤਾ ਵੀ ਇਹ ਕੰਮ ਜੇ ਤੁਸੀਂ ਕੋਈ ਗਲਤ ਕਰੋਗੇ ਤੇ ਫਸ ਜਾਣਾ। ਤੇ ਇਸ ਕੰਮ ਦੇ ਵਿੱਚ ਜਦੋਂ ਬਿਲੀਅਨਸ ਆਫ ਲੋਕੀ ਫਸੇ ਨੇ ਤਾਂ ਇਸ ਕਰਕੇ ਜਿਹੜੀ ਇਹਨਾਂ ਵੇਰੀਐਂਟ ਬਾਰੇ ਜਿਉਂ ਆਏਗਾ ਟਾਈਮ ਆਪਾਂ ਗੱਲ ਕਰਾਂਗੇ। ਪਰ ਜਿਹੜੀ ਅਗੇਨ ਐਟ ਦੀ ਐਂਡ ਇਹੋ ਕਹਿਣਾ ਚਾਹੀਦਾ ਕਿ ਇਹ ਪ੍ਰੋਬਲਮ ਹੈਗੀ ਹੈ, ਇਹਦੀ ਹਿਸਟਰੀ ਦੇਖ ਲਓ, ਇਹਨੇ ਹਿਸਟਰੀ ਦੇ ਕਿਸ ਤਰ੍ਹਾਂ ਆਪਣੇ ਆਪ ਨੂੰ ਬਦਲਿਆ ਤੇ ਉਸ ਨੂੰ ਕੰਟਰੋਲ ਕਰਨ ਵਾਸਤੇ ਇੱਕੋ ਤਰੀਕਾ ਹੈਗਾ ਵੈਕਸੀਨੇਸ਼ਨ, ਉਹ ਪਹਿਲੀ ਲੇਅਰ ਹੈ। ਬਿਲਕੁਲ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਹੈ। 3 ਡੋਜ਼ਸ ਤੁਹਾਡੇ ਲੱਗ ਗਏ, 2 ਸਾਡੇ ਲੱਗ ਗਏ, ਹੁਣ ਸਾਡੇ ਵਰਗਿਆਂ ਨੂੰ ਵੀ ਜਿਨ੍ਹਾਂ ਨੂੰ 6 ਮਹੀਨੇ ਹੋ ਗਿਆ ਉਹਨਾਂ ਨੂੰ ਵੀ ਇਨਵੀਟੇਸ਼ਨ ਆਉਣ ਲੱਗ ਗਏ ਆ। ਪਰ ਬਹੁਤ ਰਿਲੀਫ ਆਇਆ ਸੀ ਜਦੋਂ ਕਹਿੰਦੇ ਸੀ ਕਿ ਗੋਲੀ ਆ ਜਾਣੀ ਆ, ਪਿਲ ਆ ਜਾਣੀ ਆ। ਹੁਣ ਪਿਲ ਤਾਂ ਆਈ ਹੈ ਪੈਕਸਲੋਵਿਡ, ਸਾਡੇ BC ਦੇ ਵਿੱਚ ਵੀ ਪਹੁੰਚ ਰਹੀਆਂ ਨੇ। ਪਹਿਲਾਂ ਲੱਗਦਾ ਸੀ ਕਿ ਸ਼ਾਇਦ ਟੀਕਾ ਲਗਵਾਉਣ ਦੀ ਲੋੜ ਨਹੀਂ, ਪਰ ਜਦੋਂ ਇਹ ਹੈਲਥ ਕੈਨੇਡਾ ਨੇ ਫਾਈਜ਼ਰ ਦੀ ਗੋਲੀ ਜਿਹੜੀ ਆ ਪੈਕਸਲੋਵਿਡ ਇਹਨੂੰ ਜਦੋਂ ਮਨਜ਼ੂਰ ਕੀਤਾ ਤਾਂ ਹੁਣ ਕਿਹਾ ਜਾ ਰਿਹਾ ਸਿਰਫ ਤੇ ਸਿਰਫ ਉਹੀ ਇਨਸਾਨ ਲੈ ਸਕਦਾ ਜਿਹਨੂੰ ਲੱਛਣ ਜਿਹੜੇ ਨੇ ਆਉਂਦੇ ਨੇ ਤੇ ਉਸ ਤੋਂ ਬਾਅਦ ਹਸਪੀਟਲ ਜੇ ਚਲਾ ਗਿਆ ਤਾਂ ਜਿਹੜੀ ਇਹ ਗੋਲੀ ਆ ਉਦੋਂ ਕੰਮ ਨਹੀਂ ਕਰੇਗੀ। ਸਿਰਫ ਤੇ ਸਿਰਫ ਜੇ ਤੁਹਾਨੂੰ ਲੱਛਣ ਹੈਗੇ ਨੇ ਤਾਂ ਉਦੋਂ ਤੁਸੀਂ ਗੋਲੀ ਲੈ ਸਕਦੇ। ਕੀ ਲੱਗਦਾ ਕਿ ਇਹ ਗੋਲੀ ਕਿੰਨੀ ਕਾਮਯਾਬ ਹੋ ਸਕਦੀ ਹੈ, ਅਸਰਦਾਰ ਹੋ ਸਕਦੀ? ਦੇਖੋ ਜਿਹੜੀ ਮੈਡੀਕੇਸ਼ਨ ਹੈ ਮੇਰੇ ਖਿਆਲ BC ਵਿੱਚ 4000 ਡੋਜ਼ ਮਿਲਣੀ ਹੈ। ਇਹ ਨਹੀਂ ਪਤਾ ਵੀ ਕਦੋਂ ਆਉਣੀ ਹੈ ਜਾਂ ਪਹੁੰਚੀ ਆਲਰੇਡੀ ਇਹਨਾਂ ਦਾ ਪ੍ਰੋਸੈਸ ਕੀ ਹੈ। ਤੇ ਕਿਉਂਕਿ ਜਿਸ ਤਰੀਕੇ ਨਾਲ ਪ੍ਰੋਵਿੰਸ ਨੇ COVID-19 ਦੀ ਵੈਕਸੀਨੇਸ਼ਨ ਦੀ ਜਿਹੜੀ ਮੁਹਿੰਮ ਸੀ ਉਹਨੂੰ ਕਾਮਯਾਬ ਕੀਤਾ, ਮੈਨੂੰ ਪੂਰਾ ਪਰਸਨਲੀ ਕੌਨਫੀਡੈਂਸ ਹੈ ਵੀ ਇਹ ਸਿਸਟਮ ਜਿਹੜਾ ਇਹਨਾਂ ਕੋਲ ਹੈਗਾ ਉਹ ਚੰਗੇ ਤਰੀਕੇ ਨਾਲ ਸਪਲਾਈ ਕਰਨਗੇ। ਪਰ ਜਿਹੜਾ ਮੈਡੀਸਨ ਦਾ ਰੋਲ ਹੈਗਾ ਉਹਨਾਂ ਨੂੰ ਜਿਨ੍ਹਾਂ ਨੂੰ ਆਲਰੇਡੀ ਸੋਚਦੇ ਪਏ ਨੇ ਵੀ ਇਨਫੈਕਸ਼ਨ ਹੋ ਗਈ ਹੈ, ਉਹਨਾਂ ਨੂੰ ਪੋਜ਼ਿਟਿਵ ਸੀ, ਉਹਨਾਂ ਦਾ ਟੈਸਟ ਪੋਜ਼ਿਟਿਵ ਹੈ, ਉਹਨਾਂ ਨੂੰ ਸਿੰਪਟਮ ਆ ਰਹੇ ਨੇ ਅਰਲੀ, ਇਹ ਮੈਡੀਸਨ ਦਾ ਕੰਮ ਹੈ ਵੀ ਜਿਹੜੀ ਹਸਪੀਟਲਾਈਜੇਸ਼ਨ ਘਟਾਉਣ ਵਾਸਤੇ। ਇਹ ਜਿਹੜਾ ਨਾ ਇਹ ਪ੍ਰੀਵੈਂਸ਼ਨ ਵਾਸਤੇ ਨਹੀਂ ਹੈਗਾ,
ਪ੍ਰੀਵੈਂਸ਼ਨ ਦੀ ਇੱਕੋ ਗੱਲ ਹੈ ਅਗੇਨ ਵੈਕਸੀਨੇਸ਼ਨ। ਬਿਲਕੁਲ ਜੀ। ਸੋ ਵੈਕਸੀਨੇਸ਼ਨ ਜਿਹੜੀ ਉਹ ਲਗਵਾਉਣੀ ਚਾਹੀਦੀ ਹੈ। ਜਿਵੇਂ ਮੈਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕਾਂ ਦੀ ਮੈਂਟਲ ਹੈਲਥ ਦੇ ਉੱਤੇ ਵੀ ਅਸਰ ਪਿਆ। ਹੁਣ ਲੋਕਾਂ ਨੂੰ ਕੀ ਕਰਨਾ ਚਾਹੀਦਾ ਇਸ ਸਮੇਂ ਦੇ ਵਿੱਚ, ਜਦੋਂ ਕਨਫਿਊਜ਼ਨ ਵੀ ਚੱਲ ਰਹੀ ਹੈ, ਇੱਕ ਪਾਸੇ ਇਨਫੋਰਮੇਸ਼ਨ ਵੀ ਪਈ ਹੈ, ਸਭ ਕੁਝ ਸਾਡੇ ਟੇਬਲ ਦੇ ਉੱਤੇ ਹੈ, ਪਰ ਫਿਰ ਵੀ ਦਿਮਾਗ ਦੇ ਉੱਤੇ ਲੱਗਦਾ ਹੁੰਦਾ ਕਿ ਅਸੀਂ ਬਹੁਤ ਸਾਰੀਆਂ ਪਾਬੰਦੀਆਂ ਦੇ ਵਿੱਚ ਆ। ਉਹਨਾਂ ਨੂੰ ਕੀ ਕਹੋਗੇ, ਕੀ ਮੈਸੇਜ ਹੋਏਗਾ ਉਹਨਾਂ ਦੇ? ਦੇਖੋ, ਮੈਂ ਤੇ ਉਹਨਾਂ ਤੋਂ ਸੁਣਨਾ ਚਾਹੁੰਦਾ ਵੀ ਸਾਨੂੰ ਕੀ ਕਰਨਾ ਚਾਹੀਦਾ। ਮੈਨੂੰ ਤਾਂ ਜਾਪਦਾ ਵੀ ਮੈਨੂੰ ਵੀ ਬੜਾ ਸਟ੍ਰੈਸ ਹੈ ਇਸ ਗੱਲ ਦਾ। ਸਾਰੇ ਪਾਸੇ ਸਟ੍ਰੈਸ ਹੈ। ਜਦੋਂ ਆਪਾਂ ਆਫਿਸ ਜਾਂਦੇ ਹਾਂ ਫਿਰ ਸਟ੍ਰੈਸ ਹੈ, ਬਾਹਰ ਜਾਈਦਾ ਫਿਰ ਸਟ੍ਰੈਸ ਹੈ, ਕੰਮ ਕਰਨ ਜਾਈਦਾ ਫਿਰ ਸਟ੍ਰੈਸ ਹੈ। ਪਰ ਉਹਨੂੰ ਰਿਲੀਵ ਕਰਨ ਵਾਸਤੇ ਕਰ ਕੀ ਸਕਦੇ ਹਾਂ? ਬੜੀ ਆ ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਤਰੀਕਾ ਹੈਗਾ, ਕੋਈ ਤੁਸੀਂ ਸਪਿਰਿਚੁਅਲੀ ਸਟਰੈਂਥ ਲੈਣੀ ਹੈ, ਕਿਸੇ ਹੋਰ ਨਾਲ ਗੱਲਬਾਤ ਕਰਨੀ ਹੈ, ਕਿਸੇ ਦੋਸਤ ਮਿੱਤਰ ਨਾਲ ਗੱਲਬਾਤ ਕਰ ਲਓ, ਕਿਤੇ ਵੀ ਜਾਣਾ ਗੱਲਬਾਤ ਕਰ ਲਓ। ਪਰ ਜਿਹੜਾ ਮੇਜਰ ਜਿਹੜਾ ਮੈਂਟਲ ਹੈਲਥ ਦੇ ਇਸ਼ੂਜ਼ ਨੇ, ਇੱਕ ਤਾਂ ਇਹ ਤਾਂ ਹੈਗਾ ਸਟ੍ਰੈਸ ਨਾਰਮਲ, ਜਿਹੜਾ ਸਾਨੂੰ ਸਾਰਿਆਂ ਨੂੰ, ਮੈਨੂੰ ਨਹੀਂ ਜਾਪਦਾ ਕੋਈ ਵੀ ਬਚਿਆ ਇਸ ਕੰਮ ਤੋਂ ਵੀ ਜਿਹਨੂੰ ਸਟ੍ਰੈਸ ਨਾ ਹੋਏ। ਜਿਹੜਾ ਕਹਿ ਰਿਹਾ ਉਹ ਸਮਝ ਲਓ ਵੀ ਉਹ ਐਵੇਂ ਗੱਪਸ਼ਪ ਹੀ ਮਾਰਦੇ ਪਏ ਨੇ। ਸਟ੍ਰੈਸ ਲੈਵਲ ਤੇ ਹੈਗਾ ਹੀ ਆ। ਜਦੋਂ ਸਟ੍ਰੈਸ ਲੈਵਲ ਇਸ ਚੀਜ਼ ਤੇ ਪਹੁੰਚ ਜਾਂਦਾ ਕਿ ਤੁਹਾਡੀ ਬਾਡੀ, ਤੁਹਾਡੀ ਡੇਲੀ ਐਕਟੀਵਿਟੀਜ਼ ਦੇ ਵਿੱਚ, ਤੁਹਾਡੀ ਲਾਈਫ ਵਿੱਚ ਉਹਦੀਆਂ ਕੰਪਲਿਕੇਸ਼ਨਸ ਵਧਦੀਆਂ, ਫਿਰ ਤੁਹਾਨੂੰ ਐਕਸ਼ਨ ਲੈਣ ਦੀ ਹੈਗੀ ਜ਼ਰੂਰਤ। ਉਹਦੇ ਵਾਸਤੇ ਜਿਹੜੇ ਰਿਸੋਰਸਿਸ ਅਵੇਲੇਬਲ ਨੇ, ਬੜੀਆਂ ਲਾਈਨਸ ਅਵੇਲੇਬਲ ਨੇ, ਆਨਲਾਈਨ ਇਨਫੋਰਮੇਸ਼ਨ ਹੈਗੀ ਹੈ। ਤੁਸੀਂ ਮੈਂਟਲ ਹੈਲਥ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਫੋਨ ਕਰ ਸਕਦੇ ਹੋ। ਗੱਲਬਾਤ ਦਾ ਹੁੰਦਾ ਇਹਦੇ ਵਿੱਚੋਂ ਜਿਹੜਾ ਨਾ, ਜੇ ਤੁਸੀਂ ਕਹੋ ਵੀ ਕਿਸੇ ਨੇ ਤੁਹਾਨੂੰ 2 ਮਿੰਟਾਂ 'ਚ ਉਹਦਾ ਆਨਸਰ ਦੇਣਾ, ਉਹ ਸਾਰਾ ਉਹ ਗੱਲਾਂ ਨਹੀਂ ਬਣਦੀਆਂ। ਸੋ ਆਲਰੇਡੀ ਜਿਹੜਾ ਸੀ ਨਾ, ਕੈਨੇਡਾ ਦੇ ਵਿੱਚ ਹਰ 5ਵਾਂ ਇਨਸਾਨ ਕਿਸੇ ਨਾ ਕਿਸੇ ਟਾਈਮ ਦੇ ਵਿੱਚ, ਲਾਈਫ ਟਾਈਮ ਦੇ ਵਿੱਚ ਉਹਨੂੰ ਇਹ ਮੈਂਟਲ ਹੈਲਥ ਇਸ਼ੂ ਆਉਂਦੇ ਨੇ ਨਾਰਮਲੀ। ਉਹ ਜਦੋਂ ਜਿਨ੍ਹਾਂ ਨੂੰ ਨਾਰਮਲੀ ਤੇ ਨਹੀਂ ਕਹਿਣਾ ਚਾਹੀਦਾ, ਦੈਟਸ ਐਨ ਐਵਰੇਜ। ਪਰ ਇਸ ਟਾਈਮ ਦੇ ਵਿੱਚ ਮੈਨੂੰ ਜਾਪਦਾ ਵੀ ਉਹਦੀ ਜਿਹੜੀ ਪਰਸੈਂਟੇਜ ਉਹ ਵੱਧ ਗਈ ਹੈ। ਇਹ ਆਉਣ ਵਾਲੇ ਸਮੇਂ ਵਿੱਚ ਇਹਦੇ ਮੁਸ਼ਕਲਾਂ ਆਉਣਗੀਆਂ, ਉਹ ਫਿਰ ਡੀਲ ਕਰਨਾ ਪੈਣਾ। ਪੋਸਟ ਕੋਵਿਡ ਜਿਹਨੂੰ ਕਿਹਾ ਜਾਂਦਾ ਹੈ ਕਿ ਪੋਸਟ ਕੋਵਿਡ ਜਿਹੜੇ ਤੁਹਾਨੂੰ ਸਾਈਡ ਇਫੈਕਟ ਦੇਖਣ ਨੂੰ ਮਿਲ ਸਕਦੇ ਆ, ਜਾਂ ਪੋਸਟ ਕੋਵਿਡ ਦੇ ਵਿੱਚ ਮੈਂਟਲ ਹੈਲਥ ਦੇ ਇਸ਼ੂਜ਼ ਵੀ ਆਉਣੇ ਨੇ। ਤੇ ਪਲੱਸ ਜਿਹੜਾ ਮੇਨ ਇਸ਼ੂ ਇੱਕ ਆਪਾਂ ਸਾਰਿਆਂ ਨੇ ਮਿਸ ਕਰਨੇ ਪਏ, ਉਹ ਹੋਣਾ ਕਿ ਹਸਪੀਟਲ ਦੇ ਵਿੱਚ ਜਿੰਨੇ ਵੀ ਬੈੱਡਸ ਆਕੂਪਾਈਡ ਹੋਏ ਸੀ, ਜਾਂ ਜਿਹੜੀਆਂ ਸਰਜਰੀ ਕੈਂਸਲ ਹੋਈਆਂ ਸੀ, ਜਿਹੜੀਆਂ ਟ੍ਰੀਟਮੈਂਟ ਲੋਕਾਂ ਨੂੰ ਵੇਟ ਕਰਨੀਆਂ ਪੈ ਰਹੀਆਂ ਸੀ, ਉਹਦਾ ਬੜਾ ਵੱਡਾ ਅਸਰ ਪੈਣਾ। ਦੇਖੋ, ਜੇ ਕਿਸੇ ਨੂੰ ਸਪੋਜ਼ ਵੀ 6 ਮਹੀਨੇ ਹੋ ਗਏ ਲੇਟ ਉਹਨਾਂ ਦੀ ਟ੍ਰੀਟਮੈਂਟ, ਤੇ ਉਹਦੇ ਬਾਰੇ ਤਾਂ ਕੋਈ ਗੱਲ ਨਹੀਂ ਕਰਦਾ ਪਿਆ, ਕਿਉਂਕਿ ਸਾਰਿਆਂ ਦਾ ਫੋਕਸ ਸੀ ਕੋਵਿਡ-19 ਬਾਰੇ। ਬਾਕੀ ਜਿਹੜੀਆਂ ਤਕਲੀਫਾਂ ਸੀ, ਕ੍ਰੋਨਿਕ ਡਿਜ਼ੀਜ਼ਸ ਸੀ, ਜਿਸ ਤਰ੍ਹਾਂ ਡਾਇਬਟੀਜ਼ ਹੋਈਆਂ, ਕਿਡਨੀ ਦੇ ਇਸ਼ੂਜ਼ ਨੇ, ਡਾਇਬਟੀਜ਼ ਐਂਡ ਕਿਡਨੀ ਦੇ ਇਸ਼ੂ, ਹਾਈਪਰਟੈਂਸ਼ਨ, ਜਾਂ ਤੁਹਾਨੂੰ ਰੀਨਲ ਫੇਲੀਅਰ ਹੈ, ਤੁਹਾਨੂੰ ਕੈਂਸਰ ਦੀ ਟ੍ਰੀਟਮੈਂਟ, ਤੁਸੀਂ ਕੋਈ ਆਪਰੇਸ਼ਨ ਕਰਾਉਣਾ, ਤੁਸੀਂ ਆਪਣੇ ਟੈਸਟ ਕਰਾਉਣੇ ਸੀ, ਆਪਣੇ ਰੂਟੀਨ ਟੈਸਟ ਸੀ ਹਸਪੀਟਲ ਦੇ ਵਿੱਚ, ਉਹਦੀ ਵਾਰੀ ਨਹੀਂ ਆਉਂਦੀ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਜਦੋਂ ਇੱਕਦਮ ਰਿਲੀਜ਼ ਹੋਣਾ, ਇਹ ਫਲੱਡ ਹੋਣਾ ਇਸ ਚੀਜ਼ ਦਾ, ਉਸ ਚੀਜ਼ ਨੂੰ ਮੈਨੇਜ ਕਰਨ ਵਾਸਤੇ ਸਿਸਟਮ ਨੂੰ ਪ੍ਰਿਪੇਅਰ ਕਰਨਾ ਪੈਣਾ। ਤੇ ਇਹ ਵੀ ਹੈਗਾ ਨਾਲ ਕਿ ਸਿਸਟਮ ਦੇ ਵਿੱਚ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲ ਸੀ, ਉਹਨਾਂ ਨੂੰ ਕਿੰਨੀ ਮੁਸ਼ਕਲ ਆਈ, ਉਹਨਾਂ ਬਾਰੇ ਤਾਂ ਕਿਸੇ ਦਾ ਧਿਆਨ ਨਹੀਂ ਆਇਆ ਖਾਸ। ਉਹ ਸਮਝਦੇ ਵੀ ਬੜੀ ਵੱਡੀ ਇਹ ਤੇ ਇਹਨਾਂ ਦੇ ਫਰਜ਼ ਬਣਦਾ। ਪਰ ਤੁਸੀਂ ਇਹ ਮੈਂ ਨੋਟ ਕੀਤਾ ਵੀ ਪਹਿਲਾਂ ਇੱਕ ਟਾਈਮ ਸੀ ਕਿ ਜਦੋਂ ਵੀ ਕੋਈ ਆਰਗੇਨਾਈਜੇਸ਼ਨ ਆ, ਬਾਕੀ ਜਿਹੜੇ ਪ੍ਰੋਫੈਸ਼ਨਲ ਨੇ ਅਦਰ ਦੈਨ ਹੈਲਥ ਕੇਅਰ, ਜੇ ਉਹ ਕੋਈ ਬੜਾ ਵੱਡਾ ਕੰਮ ਕਰਦੇ ਨੇ, ਉਹਨਾਂ ਨੂੰ ਇੰਨਾ ਸੈਲੀਬ੍ਰੇਟ ਕਰਦੇ ਨੇ, ਉਹਨਾਂ ਨੂੰ ਬਸ ਉਹਨਾਂ ਨੂੰ ਨਾ ਸਿਰ ਤੇ ਚੁੱਕਣਗੇ। ਪਰ ਇਹ ਨਹੀਂ ਵੇਖਿਆ ਵੀ 24 ਮਹੀਨੇ ਦੇ ਵਿੱਚ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਹਰ ਤਰ੍ਹਾਂ ਦੇ, ਸਟਾਰਟਿੰਗ ਜਿਹੜਾ ਵੀ ਹਸਪੀਟਲ ਵਿੱਚ ਕੰਮ ਕਰਦਾ, ਉਹਦੇ ਤੇ ਕਿੰਨਾ ਸਟ੍ਰੈਸ ਲੈਵਲ ਹੋਇਆ, ਉਹਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਨਾ, ਇਹਦੇ ਬਾਰੇ ਚਾਹੀਦਾ। ਇਹਦੇ ਬਾਰੇ ਸਰਕਾਰ ਨੂੰ ਜਿਹੜੀ ਧਿਆਨ ਦੇਣ ਦੀ ਹੈਗੀ ਜ਼ਰੂਰਤ ਹੈ ਇਸ ਟਾਈਮ ਤੇ, ਕਿਉਂਕਿ ਟਾਈਮ ਟੂ ਟਾਈਮ ਜੇ ਤੁਸੀਂ ਨਹੀਂ ਉਹਨਾਂ ਨੂੰ ਹੈਲਪ ਕਰਦੇ ਤਾਂ ਫਿਰ ਪ੍ਰੋਬਲਮ ਆਉਣੀ ਹੈ। ਤੇ ਜਿਹੜੀ ਇਸ ਨਾਲ ਵੀ ਕੋਈ ਸੈਲੀਬ੍ਰੇਟ ਕਰਨਾ, ਸੈਲੀਬ੍ਰੇਸ਼ਨ ਕਰਨੀ ਹੈ ਜਾਂ ਕੋਈ ਰੈਕੋਗਨੀਸ਼ਨ ਕਰਨੀ ਹੈ ਸੱਚ, ਬਟ ਈਵਨ ਐਪਰੀਸ਼ੀਏਟਿੰਗ ਔਨ ਅ ਰੈਗੂਲਰ ਬੇਸਿਸ, ਉਹ ਬੜਾ ਇੰਪੋਰਟੈਂਟ ਹੈ। ਤੁਸੀਂ ਲੋਕਾਂ ਨੂੰ ਦੱਸੋ ਵੀ ਇਹ ਤੁਹਾਡਾ ਡਿਊਟੀ ਬਣਦੀ ਹੈ, ਡਿਊਟੀ ਦੇ ਨਾਲ ਬਾਕੀਆਂ ਦੀ ਡਿਊਟੀ ਵੀ ਬਣਦੀ ਹੈ ਵੀ ਇਸ ਚੀਜ਼ ਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਵਿਚਾਰ ਕਰਨ, ਕਿਉਂਕਿ ਪਹਿਲੀ ਵਾਰੀ ਇਹ ਪੈਂਡੈਮਿਕ ਨਹੀਂ ਆਇਆ ਤੇ ਨਾ ਇਹਨੇ ਹੋ ਸਕਦਾ ਨੈਕਸਟ ਈਅਰ ਹੋਰ ਕੋਈ ਵਾਇਰਸ ਆ ਜੇ। ਸੋ ਪ੍ਰੈਪਰੇਸ਼ਨ ਕਰਨੀ ਪੈਣੀ ਇਹਦੇ ਬਾਰੇ। ਬਿਲਕੁਲ ਜੀ। ਸੋ ਬਹੁਤ ਵੱਡਾ ਰੋਲ ਹੈਗਾ ਸਾਡੇ ਹੈਲਥ ਕੇਅਰ ਵਰਕਰਸ ਦਾ, ਤੁਹਾਡਾ ਜਿਹੜੇ ਪ੍ਰੈਕਟੀਸ਼ਨਰਸ ਹੈਗੇ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈਗਾ ਹੈ, ਤੇ ਤੁਹਾਡਾ ਰੋਲ ਤੁਸੀਂ ਇਨਫੋਰਮੇਸ਼ਨ ਸਾਨੂੰ ਪਹੁੰਚਾਉਂਦੇ ਆ, ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਜਿਹੜੇ ਵੀ ਕੋਈ ਇਹ ਇਨਫੋਰਮੇਸ਼ਨ ਨੂੰ ਸੁਣ ਰਹੇ ਹੋਣਗੇ ਉਹ ਤੇ ਅਮਲ ਵੀ ਕਰਨਗੇ, ਤਾਂ ਕਿ ਮੈਂਟਲ ਹੈਲਥ ਦੀ ਵੀ ਆਪਣੇ ਧਿਆਨ ਰੱਖ ਸਕਣ, ਤੇ ਕੋਵਿਡ ਦੀ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਉਹਦੇ ਨਾਲ ਵੀ ਰੈਗੂਲਰ ਰਹਿਣ ਕਿ ਕੀ ਕੁਝ ਹੋ ਰਿਹਾ ਕੋਵਿਡ ਦੇ ਕਰਕੇ ਦੁਨੀਆ ਦੇ ਵਿੱਚ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਡਾਕਟਰ ਚੀਮਾ ਨੇ ਅੱਜ ਬਹੁਤ ਸਾਰੀ ਇਨਫੋਰਮੇਸ਼ਨ, ਵਡਮੁੱਲੇ ਇਨਫੋਰਮੇਸ਼ਨ ਦਿੱਤੀ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ
ਵੈਕਸੀਨ ਦੀ ਕਿ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ, ਕਿ ਵੈਕਸੀਨ ਜੇ ਤੁਹਾਡੀ ਪਹਿਲੀ ਡੋਜ਼ ਨਹੀਂ ਲੱਗੀ ਪਹਿਲੀ ਲਗਵਾਓ, ਦੂਜੀ ਬੂਸਟਰ ਡੋਜ਼ ਦੀ ਗੱਲ ਹੋ ਰਹੀ ਹੈ, ਕਈਆਂ ਥਾਵਾਂ ਦੇ ਉੱਤੇ ਚੌਥੀ ਡੋਜ਼ ਦੀ ਵੀ ਗੱਲ ਹੋ ਰਹੀ ਹੈ। ਜਿਸ ਤਰ੍ਹਾਂ ਦੇ ਨਾਲ ਗਵਰਨਮੈਂਟ ਤੋਂ ਇਨਵੀਟੇਸ਼ਨ ਆ ਰਿਹਾ ਜ਼ਰੂਰ ਫੋਲੋ ਕਰੋ। ਬਾਕੀ ਮੈਂਟਲ ਹੈਲਥ ਦੀ ਵੀ ਅੱਜ ਗੱਲ ਕੀਤੀ ਹੈ ਕਿ ਮੈਂਟਲ ਹੈਲਥ ਸਾਡੇ ਆਪਣੇ ਹੱਥ ਦੇ ਵਿੱਚ, ਅਸੀਂ ਕਿਸ ਤਰ੍ਹਾਂ ਦੇ ਨਾਲ ਆਪਣੀ ਮੈਂਟਲ ਹੈਲਥ ਨੂੰ ਸੁਧਾਰ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ, ਡਾਕਟਰਸ ਦੇ ਨਾਲ ਗੱਲ ਕਰ ਸਕਦੇ ਹਾਂ, ਫੋਲੋ ਕਰ ਸਕਦੇ ਹਾਂ, ਜਿਹੜਾ ਪ੍ਰੋਸੀਜਰ ਆ ਉਹਨੂੰ ਫੋਲੋ ਕਰ ਸਕਦੇ ਹਾਂ, ਤੇ ਨਾਲ ਹੈਲਥ ਵਰਕਰ ਜਿਹੜੇ ਸਾਡੇ ਫਰੰਟ ਲਾਈਨ ਵਰਕਰ ਹੈਗੇ ਨੇ, ਹੈਲਥ ਵਰਕਰ ਹੈਗੇ ਨੇ, ਉਹਨਾਂ ਨੂੰ ਦਿਲੋਂ ਸਲਾਮ, ਦਿਲੋਂ ਸਲੂਟ ਕਿ ਲਗਾਤਾਰ ਸਾਡੇ ਲਈ ਕੰਮ ਕਰ ਰਹੇ ਨੇ, ਸਾਨੂੰ ਸਰਵਿਸਿਜ਼ ਦੇ ਰਹੇ ਨੇ। ਹਾਲਾਂਕਿ ਉਹ ਵੀ ਇਨਸਾਨ ਨੇ, ਉਹਨਾਂ ਦੀ ਵੀ ਮੈਂਟਲ ਹੈਲਥ ਹੈ, ਉਹਨਾਂ ਦੀ ਵੀ ਆਪਣੀ ਹੈਲਥ ਹੈ, ਪਰ ਆਪਣੀ ਹੈਲਥ ਨੂੰ ਪਾਸੇ ਰੱਖ ਕੇ, ਆਪਣੀ ਫੈਮਿਲੀ ਦੀ ਹੈਲਥ ਨੂੰ ਪਾਸੇ ਰੱਖ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ, ਸਾਨੂੰ ਸਰਵਿਸਿਜ਼ ਦਿੰਦੇ ਨੇ। ਤੇ ਡਾਕਟਰ ਚੀਮਾ ਹਰ ਹਫਤੇ ਸਟੂਡੀਓ ਦੇ ਵਿੱਚ ਆਉਂਦੇ ਨੇ ਤੇ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ। ਸੋ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਦੇਖਦੇ ਹੋ, ਫੀਡਬੈਕ ਜ਼ਰੂਰ ਦਿਆ ਕਰੋ। ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। सब्सक्राइब our channel and press the bell icon ताकि कोई भी नवी अपडेट तुझे बिल्कुल भी मिस ना करो।